कि फिर MSP ਨੂੰ ਲੈ ਕੇ ਬਣਾਈ ਗਈ ਕਮੇਟੀ ਦੀ ਆੜ ਦੇ ਵਿੱਚ ਦੇਸ਼ ਅੰਦਰ ਮੁੜ ਤੋਂ 3 ਜਿਹੜੇ ਕਾਲੇ ਕਾਨੂੰਨ ਸੀ ਉਹ ਮੁੜ ਤੋਂ ਲਾਗੂ ਕੀਤੇ ਜਾਣਗੇ। ਕਿ ਇੱਕ ਵਾਰ ਫਿਰ ਦਿੱਲੀ ਦੀਆਂ ਸਰਹੱਦਾਂ ਚਾਹੇ ਗਾਜੀਪੁਰ ਹੈ ਚਾਹੇ ਸਿੰਘੂ ਹੈ ਜਾਂ ਫਿਰ ਟਿਕਰੀ ਉੱਥੇ ਕਿਸਾਨੀ ਅੰਦੋਲਨ ਸ਼ੁਰੂ ਹੋਏਗਾ। ਭਾਰਤ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਤੇ ਕਿਸਾਨ ਜਥੇਬੰਦੀਆਂ ਨੇ ਸਵਾਲ ਚੁੱਕ ਦਿੱਤੇ ਨੇ। ਕਿਸਾਨਾਂ ਨੇ ਖਦਸ਼ੇ ਜ਼ਾਹਰ ਕਰ ਦਿੱਤੇ ਨੇ ਕਿ ਜਿਸ ਚੀਜ਼ ਦਾ ਡਰ ਸੀ ਉਹ ਸੈਂਟਰ ਸਰਕਾਰ ਨੇ ਕਰ ਵਿਖਾਇਆ। ਪੰਜਾਬ ਹੀ ਨਹੀਂ ਹਰਿਆਣਾ ਦੇ ਕਿਸਾਨ ਇੱਕ ਵਾਰ ਫਿਰ ਹੋ ਗਏ ਨੇ ਸਰਕਾਰ ਦੇ ਖਿਲਾਫ ਕਿ ਜਿਹੜੀ ਬਣਾਈ MSP ਨੂੰ ਲੈ ਕੇ ਕਮੇਟੀ ਤੇ ਕਮੇਟੀ 'ਚ ਉਹ ਅਧਿਕਾਰੀ ਉਹ ਲੋਕ ਸ਼ਾਮਲ ਕੀਤੇ ਗਏ ਨੇ ਜਿਹੜੇ ਪਹਿਲਾਂ ਖੇਤੀਬਾੜੀ ਕਾਨੂੰਨਾਂ ਦੇ ਹੱਕ ਵਿੱਚ ਸੈਂਟਰ ਸਰਕਾਰ ਦੀ ਹਾਂ 'ਚ ਹਾਂ ਮਿਲਾਉਂਦੇ ਰਹੇ। ਤੁਸੀਂ ਦੇਖ ਰਹੇ ਹੋ ABC ਪੰਜਾਬ। ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਭੁੱਲਰ। ਸਭ ਦਾ ਸਵਾਗਤ ਕਰਦੇ ਹਾਂ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਫੀ ਲੰਮੇ ਸਮੇਂ ਬਾਅਦ ਜਦ 750 ਦੇ ਕਰੀਬ ਕਿਸਾਨ ਉੱਥੇ ਸ਼ਹੀਦ ਹੋ ਚੁੱਕਾ ਸੀ, ਚਾਹੇ ਗਰਮੀਆਂ ਚਾਹੇ ਸਰਦੀਆਂ ਸੀ, ਉਸ ਤੋਂ ਬਾਅਦ ਸੈਂਟਰ ਸਰਕਾਰ ਨੂੰ ਲੱਗਾ ਕਿ ਨਹੀਂ ਹੁਣ ਬਿੱਲ ਵਾਪਸ ਲੈਣੇ ਪੈਣੇ ਨੇ। ਬਿੱਲ ਵਾਪਸ ਵੀ ਲਏ ਤੇ ਮਾਫੀ ਵੀ ਮੰਗੀ, ਪਰ ਇੱਕ ਐਲਾਨ ਕਰ ਦਿੱਤਾ ਸੀ ਕਿ MSP ਨੂੰ ਲੈ ਕੇ ਇੱਕ ਕਮੇਟੀ ਦਾ ਗਠਨ ਕੀਤਾ ਜਾਊਗਾ ਤੇ ਉਹ ਕਮੇਟੀ 12 ਜੁਲਾਈ ਨੂੰ ਗਠਨ ਕਰ ਦਿੱਤਾ ਗਿਆ ਸੀ। ਉਸ ਕਮੇਟੀ ਦੀ ਰੂਪਰੇਖਾ ਤਿਆਰ ਕਰ ਦਿੱਤੀ ਗਈ ਸੀ ਤੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਮੇਟੀ ਨੂੰ ਲੈ ਕੇ ਉਹਨੇ ਫਿਰ ਇੱਕ ਵਾਰ ਫਿਰ ਦੇਸ਼ ਦੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਤੇ ਕਈ ਕਿਸਾਨ ਜਥੇਬੰਦੀਆਂ ਚਿੰਤਾ ਦੇ ਵਿੱਚ ਡੁੱਬ ਵੀ ਗਏ ਕਿ ਆਖਰ ਹੁਣ ਇਸ ਮਸਲੇ ਦਾ ਕੀ ਕਰਾਂਗੇ। ਕੀ ਫਿਰ ਸੈਂਟਰ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢਿਆ ਜਾਊਗਾ? ਕੀ ਫਿਰ ਤੋਂ ਟਿਕਰੀ ਸਿੰਘੂ ਗਾਜੀਪੁਰ ਲੰਮੇ ਧਰਨੇ ਦਿੱਤੇ ਜਾਣਗੇ? ਫਿਰ ਪੰਜਾਬ ਹਰਿਆਣਾ ਵੈਸਟਰਨ UP ਤੇ ਦੂਰੋਂ ਦਰਾਡਿਓਂ ਜਿਹੜੇ ਕਿਸਾਨ ਉਹ ਪਹੁੰਚ ਕੇ ਸੈਂਟਰ ਸਰਕਾਰ ਦਾ ਪਿੱਟ ਸਿਆਪਾ ਕਰਨਗੇ ਕਿ ਆਖਰ ਜਿਹੜੀ MSP ਨੂੰ ਲੈ ਕੇ ਕਮੇਟੀ ਬਣਾਈ ਗਈ ਆ ਉਹ ਕਮੇਟੀ ਉਹ ਆ ਜਿਹੜੇ ਲੋਕ ਪਹਿਲਾਂ ਹਮਾਇਤ ਕਰਦੇ ਰਹੇ ਨੇ ਸੈਂਟਰ ਸਰਕਾਰ ਵੱਲੋਂ ਜਿਹੜੇ 3 ਖੇਤੀਬਾੜੀ ਕਾਨੂੰਨ ਸੈਂਟਰ ਸਰਕਾਰ ਨੇ ਬਣਾਏ ਸੀ। ਹੁਣ ਸਵਾਲ ਹੈ ਕਿ ਜਿਹੜੀਆਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਚਿੰਤਾ ਵਿਅਕਤ ਕਰ ਦਿੱਤੀ ਹੈਗੀ ਕਿ ਜਿਸ ਚੀਜ਼ ਦਾ ਸਾਨੂੰ ਖਦਸ਼ਾ ਸੀ ਉਹ ਸਰਕਾਰ ਨੇ ਕਰ ਵਿਖਾਇਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਵਾਰ ਫਿਰ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜਿਸ ਦਾ ਡਰ ਸੀ ਉਹੀ ਹੋਇਆ ਔਰ ਜਿਹੜੀ ਸਰਕਾਰੀ ਕਮੇਟੀ ਦੇ ਨਾਮ ਤੇ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਚਾਹੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਚਾਹੇ ਸੈਂਟਰ ਲੈਵਲ ਦੀਆਂ ਕਿਸਾਨ ਜਥੇਬੰਦੀਆਂ, ਉਦੋਂ 550 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਕਈ ਮਹੀਨੇ ਲਗਭਗ 15 ਮਹੀਨੇ ਉੱਤੇ ਸੰਘਰਸ਼ ਵਿੱਢਿਆ। ਕਈ ਧੁੱਪ ਦੇਖੀਆਂ, ਕਈ ਛਾਵਾਂ ਦੇਖੀਆਂ, ਕਈ ਮੀਂਹ ਦੇਖਿਆ ਤੇ ਕਈਆਂ ਨੇ ਉੱਥੋਂ ਹੀ ਕਈਆਂ ਦੀ ਅਰਥੀਆਂ ਉੱਠੀਆਂ ਸਨ। ਸਰਕਾਰਾਂ ਨੇ ਸਰਹੱਦਾਂ ਸੀਲ ਕਰ ਦਿੱਤੀਆਂ ਸੀ, ਬਾਰਡਰ ਸੀਲ ਕਰ ਦਿੱਤੇ ਸੀ, ਫਿਰ ਵੀ ਕਿਸਾਨ ਉੱਥੇ ਡਟੇ ਰਹੇ ਤੇ ਹਾਰ ਕੇ ਸੈਂਟਰ ਸਰਕਾਰ ਨੂੰ ਬਿੱਲ ਵਾਪਸ ਲੈਣੇ ਪਏ। ਲੇਕਿਨ ਜਿਹੜੀ ਕਮੇਟੀ ਗਠਿਤ ਕੀਤੀ ਹੈ ਕਿਉਂਕਿ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੱਲੋਂ ਆਪਣੇ ਐਲਾਨ ਦੇ ਵਿੱਚ ਮਾਫੀਨਾਮੇ ਦੇ ਵਿੱਚ ਭਾਰਤ ਸਰਕਾਰ ਨੇ ਜਿਹੜੇ ਬਿੱਲ ਵਾਪਸ ਕੀਤੇ ਉਹਦੇ 'ਚ ਜ਼ਿਕਰ ਕੀਤਾ ਸੀ ਕਿ ਜਿਹੜੇ 3 ਕਾਲੇ ਕਾਨੂੰਨ ਉਹਨਾਂ ਨੂੰ ਰੱਦ ਕਰਨ ਦਾ ਵਾਅਦਾ ਕੀਤਾ ਸੀ, ਨਾਲ ਹੀ ਕਰ ਦਿੱਤਾ ਸੀ ਕਿ ਇੱਕ ਕਮੇਟੀ ਬਣਾਈ ਜਾਏਗੀ ਤੇ ਉਹ 12 ਜੁਲਾਈ ਨੂੰ ਕਮੇਟੀ ਬਣਾ ਦਿੱਤੀ ਗਈ ਹੈ ਤੇ ਜਿਹਦਾ ਹੁਣ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ। ਪਰ ਹੁਣ ਜਿਹੜੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਨੇ ਸ਼ੰਕੇ ਵਿਅਕਤ ਕੀਤੇ ਨੇ, ਖਦਸ਼ੇ ਵਿਅਕਤ ਕੀਤੇ ਨੇ, ਉਹ ਕਾਫੀ ਚਿੰਤਾ ਵਾਲੇ ਨੇ। ਉਹਨਾਂ ਕਿਹਾ ਕਿ ਇਸ ਸਰਕਾਰ ਦਾ ਜਿਹੜਾ ਦਬਦਬਾ ਉਹ ਬਣਿਆ ਰਹੇਗਾ ਇਸ ਕਮੇਟੀ 'ਚ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਜਿਹੜੇ ਸਰਕਾਰ ਨੇ ਇਸ ਕਮੇਟੀ ਦੇ ਵਿੱਚ ਸ਼ਾਮਲ ਲੋਕ ਕੀਤੇ ਨੇ ਉਹ ਹੀ ਨੇ ਜਿਹੜੇ ਪਹਿਲਾਂ ਤੋਂ ਸ਼ੁਰੂ ਤੋਂ ਮੁੱਢ ਤੋਂ ਕਿਸਾਨੀ ਖੇਤੀਬਾੜੀ ਕਾਨੂੰਨਾਂ ਦੀ ਹਮਾਇਤ ਕਰਦੇ ਰਹੇ ਨੇ। ਔਰ ਇਹ ਵੀ ਕਿਹਾ ਕਿ ਇਸ ਕਮੇਟੀ ਦੇ ਚੇਅਰਮੈਨ ਜਿਹੜੇ ਮੈਂਬਰ ਨੇ ਉਹਨਾਂ ਦਾ ਪਿਛੋਕੜ BJP ਦੇ ਨਾਲ ਰਿਹਾ ਜਾਂ BJP ਦੀ ਸੋਚ ਦੇ ਨਾਲ ਰਿਹਾ ਤੇ ਕਿਸਾਨਾਂ ਦੇ ਜਿਹੜੇ ਅਗੇਂਸਟ ਬੋਲਦੇ ਰਹੇ, ਵਿਰੋਧ ਬੋਲਦੇ ਰਹੇ, ਉਹਨਾਂ ਦੇ ਨਾਲ ਰਿਹਾ। ਹੁਣ ਕਿਸਾਨ ਕਹਿ ਰਹੇ ਨੇ ਕਿ ਇਸ ਕਮੇਟੀ ਦਾ ਏਜੰਡਾ ਕੀ ਹੋਏਗਾ? ਕੀ ਇਹ MSP ਨੂੰ ਕਾਨੂੰਨੀ ਦਰਜਾ ਦੇਣ ਦੀ ਜਿਹੜੀ ਵਕਾਲਤ ਕਰੇ ਕਮੇਟੀ, ਇਹ ਚਰਚਾ ਹੋਏਗੀ ਤੇ ਜਾਂ ਕਿ ਇਸ ਨੂੰ ਗੱਲਬਾਤ 'ਚੋਂ ਹੀ ਕੱਢ ਦਿੱਤਾ ਜਾਊਗਾ? ਇਹ ਜਿਹੜੇ ਕਿਸਾਨਾਂ ਦੇ ਖਦਸ਼ੇ ਨੇ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਸ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਉਹ ਸਾਬਕਾ ਇੱਕ IAS ਅਧਿਕਾਰੀ ਨੇ, ਖੇਤੀਬਾੜੀ ਵਿਭਾਗ ਸੈਂਟਰ ਦੇ ਵਿੱਚ 77 ਰੈਂਕ ਤੋਂ ਅਹੁਦੇ ਤੋਂ ਰਿਟਾਇਰ ਹੋਏ ਨੇ, ਜਿਨ੍ਹਾਂ ਦਾ ਨਾਮ ਹੈ ਸੰਜੇ ਅਗਰਵਾਲ। ਹੁਣ ਸੰਜੇ ਅਗਰਵਾਲ ਨੇ ਤਿੰਨੇ ਜਿਹੜੇ ਜਦੋਂ ਖੇਤੀਬਾੜੀ ਵਿਭਾਗ ਦੇ 77 ਸਨ ਉਹਨਾਂ ਵੱਲੋਂ ਹੀ ਜਿਹੜੇ 3 ਖੇਤੀਬਾੜੀ ਕਾਨੂੰਨ ਬਣਾਏ ਗਏ ਸੀ ਤੇ ਅੰਤ ਤੱਕ ਸੰਜੇ ਅਗਰਵਾਲ ਹੋਣਾ ਤੇ ਦੋਸ਼ ਲੱਗਦੇ ਰਹੇ ਨੇ ਕਿ ਉਹ
ਤਿੰਨੇ ਖੇਤੀਬਾੜੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ। ਲਾਜ਼ਮੀ ਤੌਰ 'ਤੇ ਕਿ ਜਿਸ ਅਧਿਕਾਰੀ ਵੱਲੋਂ 3 ਖੇਤੀਬਾੜੀ ਕਾਨੂੰਨ ਬਣਾਏ ਗਏ ਨੇ ਤੇ ਉਹਨਾਂ ਦੀ ਵਕਾਲਤ ਕਰਨਾ ਤੇ ਸਭ ਤੋਂ ਵੱਡਾ ਉਹਨਾਂ ਦਾ ਵੀ ਫਰਜ਼ ਹੋ ਜਾਂਦਾ ਸੀ ਕਿ ਉਹ ਆਪਣੇ ਹੱਥਾਂ ਨਾਲ ਬਣਾਏ ਕਾਨੂੰਨਾਂ ਨੂੰ ਉਹ ਕਿਵੇਂ ਗਲਤ ਦੱਸਦੇ। ਹੁਣ ਦੂਜੇ ਜਿਹੜੇ ਮੈਂਬਰ ਸ਼ਾਮਲ ਕੀਤੇ ਗਏ ਨੇ ਉਹਦੇ 'ਚ ਨੇ ਰਮੇਸ਼ ਚੰਦ ਨੇ, ਜਿਹੜੇ ਨੀਤੀ ਆਯੋਗ ਦੇ ਮੈਂਬਰ ਨੇ। ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜਿਹੜੇ ਰਮੇਸ਼ ਚੰਦ ਨੇ ਉਹੀ ਮੈਂਬਰ ਨੇ ਜਿਨ੍ਹਾਂ ਨੇ ਖੇਤੀ ਕਾਨੂੰਨਾਂ ਦਾ ਖਰੜਾ ਤਿਆਰ ਕੀਤਾ ਗਾ, ਤੇ ਫਿਰ ਇਸ ਕਮੇਟੀ ਜਿਹੜੇ MSP ਨੂੰ ਲੈ ਕੇ ਕਮੇਟੀ ਬਣਾਈ ਗਈ ਆ ਉਸ 'ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ। ਤੀਜੀ ਗੱਲ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ 3 ਨੁਮਾਇੰਦਿਆਂ ਲਈ ਕਮੇਟੀ 'ਚ ਥਾਂ ਛੱਡੀ ਗਈ ਸੀ। ਸੈਂਟਰ ਸਰਕਾਰ ਨੇ ਕੋਸ਼ਿਸ਼ ਵੀ ਕੀਤੀ ਕਿਸਾਨ ਜਥੇਬੰਦੀਆਂ ਉਹਦੇ 'ਚ ਸ਼ਾਮਲ ਹੋਈਆਂ ਜਾਂ ਨਹੀਂ ਹੋਈਆਂ, ਜੇ ਨਹੀਂ ਹੋਇਆ ਤਾਂ ਕਿਉਂ ਨਹੀਂ ਹੋਈਆਂ, ਪਰ ਹੋਰਨਾਂ ਥਾਵਾਂ 'ਤੇ ਕਿਸਾਨ ਆਗੂਆਂ ਦੇ ਨਾਂ 'ਤੇ ਜਿਹੜੇ ਹੁਣ ਕਿਸਾਨ ਕਹਿ ਰਹੇ ਨੇ ਕਿ ਕਿਸਾਨਾਂ ਦੇ ਨਾਮ 'ਤੇ ਜਿਹੜੇ ਸਰਕਾਰ ਨੇ ਜਿਹੜੇ ਹੋਰ 5 ਮੈਂਬਰ ਸ਼ਾਮਲ ਕੀਤੇ ਨੇ ਉਹ ਸਰਕਾਰ ਦੇ ਵਫਾਦਾਰ ਨੇ, BJP ਦੇ ਵਫਾਦਾਰ ਨੇ ਤੇ ਸੰਘ ਦੇ ਬਹੁਤ ਨੇੜੇ ਨੇ, ਉਹਨਾਂ ਨੂੰ ਸ਼ਾਮਲ ਕੀਤਾ ਗਿਆ। ਇਹ ਉਹ ਲੋਕ ਨੇ ਜਿਹੜੇ ਕਿਸਾਨੀ ਕਾਨੂੰਨਾਂ ਦੇ ਹੱਕ ਵਿੱਚ ਨਾਅਰੇ ਲਾਉਂਦੇ ਰਹੇ ਤੇ ਕਿਸਾਨਾਂ ਦੇ ਵਿਰੁੱਧ ਦੇ ਵਿੱਚ ਜਾ ਕੇ ਨਾਅਰੇ ਲਾਉਂਦੇ ਰਹੇ, ਤੇ ਅੱਜ ਉਹਨਾਂ ਨੂੰ ਇਸ ਕਮੇਟੀ 'ਚ ਸ਼ਾਮਲ ਕੀਤਾ ਗਿਆ। ਬਹੁਤ ਸਾਰੇ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਨੇ ਤੇ ਕਈ RSS ਦੇ ਨਾਲ ਸਿੱਧੇ ਰੂਪ ਵਿੱਚ ਜੁੜੇ ਨੇ। ਹੁਣ ਇੱਕ ਜਿਹੜੇ ਇਹਦੇ 'ਚ ਮੈਂਬਰ ਸ਼ਾਮਲ ਕੀਤੇ ਨੇ ਉਹ ਕ੍ਰਿਸ਼ਨਵੀਰ ਚੌਧਰੀ ਨੇ, ਜਿਹੜੇ ਭਾਰਤੀ ਕ੍ਰਿਸ਼ਕ ਸਮਾਜ ਨਾਲ ਜੁੜੇ ਨੇ। ਇੱਕ ਜਿਹੜੇ ਇਹਨਾਂ ਤੇ ਇਲਜ਼ਾਮ ਨੇ ਕ੍ਰਿਸ਼ਨਵੀਰ ਚੌਧਰੀ ਤੇ ਜਿਹੜੇ ਭਾਰਤੀ ਕ੍ਰਿਸ਼ਕ ਸਮਾਜ ਨਾਲ ਜੁੜੇ ਸਨ ਕਿ ਉਹ ਬਾਅਦ ਵਿੱਚ BJP ਦੇ ਵਿੱਚ ਸ਼ਾਮਲ ਹੋ ਗਏ ਨੇ, ਤੇ ਜਿਹੜੇ ਕ੍ਰਿਸ਼ਨਵੀਰ ਚੌਧਰੀ ਜਿਹੜੇ BJP 'ਚ ਸ਼ਾਮਲ ਹੋ ਗਏ ਨੇ ਤੇ ਕਿਸਾਨ ਕਹਿ ਰਹੇ ਨੇ ਕਿ ਇਹਨਾਂ ਤੋਂ ਫਿਰ ਕਿਵੇਂ ਉਮੀਦ ਕੀਤੀ ਜਾ ਸਕਦੀ ਕਿ ਉਹ ਕਿਸਾਨਾਂ ਦੇ ਹੱਕ 'ਚ ਡਟਣਗੇ, ਹੱਕ 'ਚ ਖੜਨਗੇ ਜਾਂ ਫਿਰ ਸਰਕਾਰ ਦੀ ਬੋਲੀ ਬੋਲਣਗੇ। ਜਿਹੜੇ ਦੂਜੇ ਮੈਂਬਰ ਸ਼ਾਮਲ ਕੀਤੇ ਗਏ ਨੇ ਉਹ ਪ੍ਰਮੋਦ ਕੁਮਾਰ ਚੌਧਰੀ ਨੇ। ਇਹਨਾਂ ਤੇ ਇਲਜ਼ਾਮ ਨਹੀਂ ਆ, ਇਹ ਸਪਸ਼ਟ ਆ ਕਿ ਜਿਹੜੇ RSS ਦਾ ਜਿਹੜਾ ਭਾਰਤੀ ਕਿਸਾਨ ਸੰਘ ਆ ਇਹ ਉਹਦੇ ਕੌਮੀ ਕਾਰਜਕਾਰਨੀ ਮੈਂਬਰ ਨੇ, ਕਿਉਂਕਿ ਜਿਸ ਤਰ੍ਹਾਂ RSS ਦੀਆਂ ਦੇਸ਼ ਅੰਦਰ 57,000 ਦੇ ਕਰੀਬ ਵਿਭਿੰਨ ਤਰ੍ਹਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਕਮੇਟੀਆਂ ਨੇ, ਸੰਘ ਨੇ, ਐਸੋਸੀਏਸ਼ਨਾਂ ਨੇ, ਉਸੇ ਤਰ੍ਹਾਂ RSS ਦਾ ਇੱਕ ਜਿਹੜਾ ਕਿਸਾਨੀ ਨੂੰ ਲੈ ਕੇ ਭਾਰਤੀ ਕਿਸਾਨ ਸੰਘ ਆ ਤੇ ਉਹ ਜਿਹੜੇ ਪ੍ਰਮੋਦ ਕੁਮਾਰ ਚੌਧਰੀ ਉਸੇ ਕੌਮੀ ਕਾਰਜਕਾਰਨੀ ਦੇ ਮੈਂਬਰ ਨੇ। ਤੇ ਲਾਜ਼ਮੀ ਤੌਰ 'ਤੇ ਜਿਹੜੇ ਪ੍ਰਮੋਦ ਕੁਮਾਰ ਚੌਧਰੀ ਨੇ ਇਹ ਸੰਘ ਦੀ ਬੋਲੀ ਬੋਲਣਗੇ। ਸੰਘ ਦੀ ਬੋਲੀ ਮਤਲਬ BJP ਦੀ ਬੋਲੀ ਹੋਗੀ, BJP ਦੀ ਬੋਲੀ ਮਤਲਬ ਭਾਰਤ ਸਰਕਾਰ ਦੀ ਬੋਲੀ ਹੋਗੀ। ਇਹ ਕਿਸਾਨਾਂ ਦੇ ਇਲਜ਼ਾਮ ਨੇ। ਦੂਜਾ ਨੇ ਗੁਨੀ ਪ੍ਰਕਾਸ਼ ਭਾਰਤੀ ਕਿਸਾਨ ਜਥੇਬੰਦੀ ਜਿਹੜੀ ਮਾਨ ਗਰੁੱਪ ਆ ਉਹਦੇ ਹਰਿਆਣਾ ਸਟੇਟ ਦੇ ਪ੍ਰਧਾਨ ਨੇ। ਹੁਣ ਇਹ ਉਹ ਜਥੇਬੰਦੀ ਆ ਨੈਸ਼ਨਲ ਲੈਵਲ 'ਤੇ ਜਥੇਬੰਦੀ, ਇਹਦੇ ਜਿਹੜੇ ਕੌਮੀ ਜਿਹੜੇ ਪ੍ਰਧਾਨ ਹੈਗੇ ਨੇ ਉਹ ਭੁਪਿੰਦਰ ਸਿੰਘ ਮਾਨ ਨੇ, ਜਿਹੜੇ ਰਾਜ ਸਭਾ ਮੈਂਬਰ ਰਹਿ ਚੁੱਕੇ ਨੇ, ਪੰਜਾਬ ਤੋਂ ਸੀ। ਜਦੋਂ ਪਹਿਲੀ ਮੁੱਢਲੀ ਤੌਰ 'ਤੇ ਇਹਨਾਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਇਹਨਾਂ 'ਤੇ ਬਹੁਤ ਜ਼ਿਆਦਾ ਦਬਾਅ ਪੈ ਗਿਆ ਸੀ ਕਿਸਾਨਾਂ ਦਾ, ਫਿਰ ਇਹਨਾਂ ਨੇ ਉਹ ਕਮੇਟੀ ਪ੍ਰਵਾਨ ਨਹੀਂ ਕੀਤੀ। ਲੇਕਿਨ ਹੁਣ ਹਰਿਆਣਾ 'ਚ ਵੀ BJP 'ਚ ਸਰਕਾਰ ਹੈ, ਸੈਂਟਰ 'ਚ ਵੀ BJP ਸਰਕਾਰ, ਤੇ ਕੋਈ ਇੱਦਾਂ ਦੀ ਵਿਉਂਤਬੰਦੀ ਘੜੀ ਗਈ ਕਿ ਹੁਣ ਭੁਪਿੰਦਰ ਸਿੰਘ ਮਾਨ ਹੋਣਾ ਦੀ ਜਗ੍ਹਾ ਹਰਿਆਣਾ ਸਟੇਟ ਦੇ ਜਿਹੜੇ ਪ੍ਰਧਾਨ ਨੇ ਗੁਨੀ ਪ੍ਰਕਾਸ਼, ਉਹਨਾਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ। ਮਤਲਬ ਇਹਨਾਂ 'ਤੇ ਵੀ ਪੂਰਾ ਖਦਸ਼ਾ ਕਿ ਇਹ ਬੋਲੀ ਸਰਕਾਰ ਦੀ ਬੋਲਣਗੇ, ਬੋਲੀ BJP ਦੀ ਬੋਲਣਗੇ। ਇਸੇ ਤਰ੍ਹਾਂ ਜਿਹੜੇ ਮੈਂਬਰ ਨੇ ਚੌਥੇ ਨੇ ਉਹ ਸਾਈਦ ਪਾਸ਼ਾ ਪਟੇਲ ਨੇ। ਇਹ ਮਹਾਰਾਸ਼ਟਰ ਤੋਂ ਨੇ, BJP ਦੇ ਲੀਡਰ ਰਹਿ ਚੁੱਕੇ ਨੇ, ਵੱਡੇ ਲੀਡਰ ਰਹਿ ਚੁੱਕੇ ਨੇ, ਤੇ ਉੱਥੋਂ ਦੇ ਜਿਹੜੀ ਵਿਧਾਨ ਪਰਿਸ਼ਦ ਹੈ ਕੌਂਸਲ ਉਹਦੇ ਮੈਂਬਰ ਨੇ। ਮਤਲਬ ਇਹ ਵੀ BJP ਨੇ ਜਿਹੜੇ ਆਗੂ ਨੇ, MLA ਮਤਲਬ MLC ਰਹਿ ਚੁੱਕੇ ਨੇ, ਉਹ ਮਹਾਰਾਸ਼ਟਰ ਤੋਂ ਨੇ। ਉਹਨਾਂ ਨੂੰ ਵੀ MSP ਨੂੰ ਲੈ ਕੇ ਜਿਹੜੀ ਕਮੇਟੀ ਦੀ ਕੀਤੀ ਗਈ ਹੈ, ਗਠਨ ਕੀਤਾ ਗਿਆ ਕਮੇਟੀ ਦਾ, ਉਹਦੇ 'ਚ ਸ਼ਾਮਲ ਕੀਤੇ ਗਏ। ਤੇ ਲਾਜ਼ਮੀ ਤੌਰ 'ਤੇ ਜਿਹੜੇ BJP ਦੇ MLA ਰਹਿ ਚੁੱਕੇ ਨੇ, MLC ਰਹਿ ਚੁੱਕੇ ਨੇ, ਉਹ ਆਪਣੀ ਪਾਰਟੀ ਦੇ ਖਿਲਾਫ ਕਿਵੇਂ ਜਾ ਕੇ ਬੋਲ ਸਕਦੇ ਨੇ ਜਾਂ ਆਪਣੀ ਪਾਰਟੀ ਦੇ ਖਿਲਾਫ ਜਾ ਕੇ ਕਿਵੇਂ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰ ਸਕਦੇ। ਹੁਣ ਇਸੇ ਤਰ੍ਹਾਂ ਇੱਕ ਹੈਗੇ ਨੇ ਗੁਣਵੰਤ ਪਾਟਲ, ਇਹ ਖੇਤਕਾਰੀ ਸੰਗਠਨ ਨਾਲ ਜੁੜੇ ਨੇ ਤੇ ਇਹਨਾਂ 'ਤੇ ਵੀ ਇਲਜ਼ਾਮ ਲਗਾਉਂਦੇ ਨੇ ਕਿਸਾਨ ਜਥੇਬੰਦੀ ਕਿ ਇਹ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਆ ਜਿਹੜੀ 1991 ਦੇ ਵਿੱਚ ਭਾਰਤ ਦੇ ਵਿੱਚ ਇਹ ਸਾਰਾ ਜੋ ਕੁਝ ਹੁਣ ਤਬਦੀਲੀਆਂ ਆ ਰਹੀਆਂ, ਮਹਿੰਗਾਈ ਆ ਰਹੀ ਆ ਜਾਂ ਨਿਵੇਸ਼ ਆ ਰਿਹਾ, ਇਹ ਸਾਰੀਆਂ ਉਹਦੀਆਂ ਸਿਫਾਰਸ਼ਾਂ ਨੇ। ਤੇ ਜਿਹੜੇ ਇਹ ਗੁਣਵੰਤ ਪਾਟਲ ਨੇ ਇਹ ਸ਼ੁਰੂ ਤੋਂ ਮੁੱਢ ਤੋਂ ਹੀ WTO ਦੀਆਂ ਜਿਹੜੀਆਂ ਸਿਫਾਰਸ਼ਾਂ ਨੇ ਉਹਦੀ ਹਮਾਇਤ ਕਰਦੇ ਰਹੇ ਨੇ ਤੇ ਨਾਲ ਦੀ ਨਾਲ ਭਾਰਤੀ ਸੁਤੰਤਰ ਪਾਰਟੀ ਦੇ ਇਹ ਜਨਰਲ ਸਕੱਤਰ ਵੀ ਹਨ।
ਹੁਣ ਇਹ ਕਿਸਾਨ ਜਥੇਬੰਦੀਆਂ ਦਾ ਮੰਨਣਾ ਕਿ ਜਿਹੜੇ 5 ਜਣੇ ਨੇ ਇਹ 3 ਕਿਸਾਨ ਵਿਰੋਧੀ ਜਿਹੜੇ ਬਿੱਲ ਸੀ ਉਹਨਾਂ ਦੀ ਹਮਾਇਤ ਕਰਦੇ ਰਹੇ ਨੇ, ਤੇ ਇਹਨਾਂ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ। ਹੁਣ ਕਿਸਾਨ ਜਥੇਬੰਦੀਆਂ ਦਾ ਇੱਕ ਇਹ ਵੀ ਏਜੰਡਾ ਹੈਗਾ ਕਿ ਜਿਹੜੇ ਏਜੰਡੇ ਵਿੱਚ MSP ਤੇ ਕਾਨੂੰਨ ਬਣਾਉਣ ਦਾ ਕੋਈ ਜ਼ਿਕਰ ਨਹੀਂ, ਜਿਹੜੀ ਨੋਟੀਫਿਕੇਸ਼ਨ ਹੋਈ ਹੈ, ਯਾਨੀ ਕਿ ਜਿਹੜਾ ਸਵਾਲ ਕਮੇਟੀ ਦੇ ਸਾਹਮਣੇ ਨਹੀਂ ਰੱਖਿਆ ਜਾਏਗਾ। ਤੇ ਏਜੰਡੇ ਵਿੱਚ ਕੁਝ ਅਜਿਹੀਆਂ ਮੱਦਾਂ ਵੀ ਰੱਖੀਆਂ ਗਈਆਂ ਨੇ ਜਿਨ੍ਹਾਂ ਤੇ ਸਰਕਾਰੀ ਕਮੇਟੀ ਪਹਿਲਾਂ ਹੀ ਬਣੀ ਹੋਈ ਆ, ਤੇ ਇੱਕ ਆਈਟਮ ਅਜਿਹੀ ਪਾਈ ਗਈ ਆ ਜਿਸ ਰਾਹੀਂ ਸਰਕਾਰ ਪਿਛਲੇ ਦਰਵਾਜ਼ੇ ਰਾਹੀਂ 3 ਕਾਲੇ ਕਾਨੂੰਨ ਲਿਆਉਣ ਦੀ ਮੁੜ ਕੋਸ਼ਿਸ਼ ਕਰੇਗੀ। ਤੇ ਹੁਣ ਜਿਹੜੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੇ ਆਪਣੀ ਵੀ ਵਿਉਂਤਬੰਦੀ ਸ਼ੁਰੂ ਕਰ ਲਈ ਹੈ ਕਿ ਆਖਿਰ ਜਿਹੜੀ ਸਰਕਾਰ ਨੇ MSP ਕਮੇਟੀ ਬਣਾਈ ਹੈ ਉਹਦੇ 'ਚ ਆਪਣੇ ਬੰਦੇ ਸ਼ਾਮਲ ਕੀਤੇ ਨੇ, ਤੇ ਇੱਕ ਅਜਿਹੇ ਤਰੀਕੇ ਦੇ ਨਾਲ ਮੁੜ ਤੋਂ ਦੇਸ਼ ਅੰਦਰ ਜਿਹੜੇ 3 ਕਾਲੇ ਕਾਨੂੰਨ ਜਿਨ੍ਹਾਂ ਨੂੰ ਕਿਸਾਨ ਕਹਿੰਦੇ ਰਹੇ ਨੇ, ਫਿਰ ਉਹ ਕਾਲੇ ਕਾਨੂੰਨ ਸੈਂਟਰ ਸਰਕਾਰ ਨੂੰ ਵਾਪਸ ਲੈਣੇ ਪਏ, ਉਹ ਮੁੜ ਤੋਂ ਉਹਨਾਂ ਨੂੰ ਜਨਮ ਦਿੱਤਾ ਜਾਊਗਾ, ਮੁੜ ਤੋਂ ਲਾਗੂ ਕਰਨ ਦੀ ਕੋਸ਼ਿਸ਼ ਹੋਏਗੀ। ਔਰ ਇਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਹੀ 3 ਜੁਲਾਈ ਦੀ ਕੌਮੀ ਮੀਟਿੰਗ 'ਚ ਫੈਸਲਾ ਲਿਆ ਸੀ ਕਿ ਕਮੇਟੀ ਦੀ ਪੂਰੀ ਜਾਣਕਾਰੀ ਲੈਣ ਤੋਂ ਪਹਿਲਾਂ ਇਸ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਹੁੰਦਾ ਸੀ, ਇਸ ਕਰਕੇ ਉਹ ਕਮੇਟੀ 'ਚ ਸ਼ਾਮਲ ਨਹੀਂ ਹੋਏ। ਤੇ ਹੁਣ ਇਸ ਬਾਰੇ ਜਿਹੜਾ ਅੰਤਿਮ ਫੈਸਲਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਕੌਮੀ ਪੱਧਰ ਤੇ ਬਣਿਆ ਉਸ ਫਰੰਟ ਵੱਲੋਂ ਲੈਣਾ। ਪਰ ਕਿਸਾਨ ਜਥੇਬੰਦੀਆਂ ਚਾਹੇ ਡਾਕਟਰ ਦਰਸ਼ਨਪਾਲ ਨੇ ਚਾਹੇ ਜੋਗਿੰਦਰ ਯਾਦਵ ਹੋਣੀ ਆ, ਉਹਨਾਂ ਦਾ ਕਹਿਣਾ ਕਿ ਇਸ ਕਮੇਟੀ ਨੂੰ ਲੈ ਕੇ ਉਹ ਨਿੱਜੀ ਤੌਰ ਤੇ ਮਹਿਸੂਸ ਕਰਦੇ ਨੇ ਕਿ ਕਮੇਟੀ ਦੇ ਵਿੱਚ ਕੋਈ ਜਾਣ ਦਾ ਮਤਲਬ ਨਹੀਂ ਸੀ, ਤੇ ਇਸ ਕਰਕੇ ਇਸ ਕਮੇਟੀ ਦਾ ਹੁਣ ਪਰਦਾਫਾਸ਼ ਕੀਤਾ ਜਾ ਰਿਹਾ। ਹੁਣ ਸਵਾਲ ਹੈ ਕਿ ਜਿਹੜੀ ਕਮੇਟੀ MSP ਨੂੰ ਲੈ ਕੇ ਬਣੀ ਆ, ਉਸ ਕਮੇਟੀ ਦੇ ਉਹ ਮੈਂਬਰ ਸ਼ਾਮਲ ਕੀਤੇ ਗਏ ਨੇ ਜਿਹੜੇ 3 ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਦਾ ਪੱਖ ਪੂਰਦੇ ਰਹੇ ਤੇ ਕਿਸਾਨਾਂ ਦੇ ਵਿਰੋਧ 'ਚ ਜਾ ਕੇ ਉਹ ਲਿਖਦੇ ਰਹੇ ਨੇ। ਹੁਣ ਸਵਾਲ ਹੈ ਕਿ ਇੱਕ ਤੇ ਖਦਸ਼ਾ ਹੋ ਗਿਆ ਕਿ ਕਮੇਟੀ BJP ਦੀ ਬੋਲੀ ਬੋਲੇਗੀ, ਕਮੇਟੀ ਭਾਰਤ ਸਰਕਾਰ ਦੀ ਬੋਲੀ ਬੋਲੇਗੀ, ਪਰ ਨਾਲ ਸਭ ਤੋਂ ਵੱਡਾ ਜਿਹੜਾ ਖਦਸ਼ਾ ਉਹ ਹੈ ਕਿ ਇਹ ਕਮੇਟੀ ਦੇ ਵਿੱਚ ਅਜਿਹੇ ਏਜੰਡੇ ਰਾਹੀਂ ਆਈਟਮ ਪੇਸ਼ ਕੀਤੀ ਜਾਊਗੀ ਕਿ ਜਿਹੜੇ ਮੁੜ ਤੋਂ ਜਿਹੜੇ ਸਭ ਤੋਂ ਵੱਡਾ ਜਿਹੜਾ ਕਿਸਾਨਾਂ ਦਾ ਖਦਸ਼ਾ ਹੈ ਕਿ ਜਿਹੜੇ 3 ਖੇਤੀਬਾੜੀ ਕਾਲੇ ਕਾਨੂੰਨ ਸੈਂਟਰ ਸਰਕਾਰ ਨੇ ਵਾਪਸ ਲਏ ਸੀ ਜਾਂ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ, ਉਹ ਮੁੜ ਤੋਂ ਸੈਂਟਰ ਸਰਕਾਰ ਲਾਗੂ ਕਰ ਸਕਦੀ ਹੈ। ਤੇ ਜੇ ਲਾਗੂ ਕਰ ਗਈ ਤਾਂ ਲਾਜ਼ਮੀ ਤੌਰ ਤੇ ਇੱਕ ਵਾਰ ਫਿਰ ਪੰਜਾਬ ਦੇ ਕਿਸਾਨ ਜਾਂ ਹਰਿਆਣਾ ਦੇ ਕਿਸਾਨ ਜਾਂ ਬਹੁਤ ਸਾਰੇ ਦੂਜੇ ਸੂਬਿਆਂ ਦੇ ਕਿਸਾਨ ਕੀ ਮੁੜ ਤੋਂ ਸੂਬਾ ਪੱਧਰ ਤੇ ਜਾਂ ਫਿਰ ਦਿੱਲੀ ਜੰਤਰ ਮੰਤਰ ਜਾਂ ਫਿਰ ਦਿੱਲੀ ਸਿੰਘੂ ਬਾਰਡਰ ਤੇ ਜਾਂ ਫਿਰ ਗਾਜ਼ੀਪੁਰ ਤੇ ਜਾਂ ਫਿਰ ਟਿਕਰੀ ਬਾਰਡਰ ਤੇ ਜਾ ਕੇ ਧਰਨੇ ਦੇਣੇ ਪੈਣਗੇ। ਪਰ ਸਵਾਲਾਂ 'ਚੋਂ ਇੱਕ ਵੱਡਾ ਸਵਾਲ ਆ ਕਿ ਕੀ ਹੁਣ ਪੰਜਾਬ ਤੇ ਹਰਿਆਣਾ ਦਾ ਕਿਸਾਨ ਇਕੱਠਾ, ਕਿ ਉਹਨਾਂ ਦੀ ਸੋਚ ਦੇ ਵਿੱਚ ਕੋਈ ਫਰਕ ਤੇ ਨਹੀਂ ਪਿਆ? ਤੇ ਜੇ ਨਹੀਂ ਫਰਕ ਪਿਆ ਤੇ ਲਾਜ਼ਮੀ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰ ਫਿਰ ਸੈਂਟਰ ਸਰਕਾਰ ਨੂੰ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਜਾਂ ਕਿਸਾਨਾਂ ਦਾ ਜਿਹੜਾ ਰੋਹ ਆ ਉਹਨੂੰ ਝੱਲਣਾ ਪਏਗਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।